ਅੱਛਾ ਵੀਰੋ, ਅਕਸਰ ਅਸੀਂ ਸੋਚਦੇ ਹਾਂ ਕਿ ਜਿਹੜਾ ਪੈਸਾ ਆ ਉਹ ਕਿਵੇਂ ਇਸ ਦੁਨੀਆ ਦੇ ਵਿੱਚ ਆਇਆ। ਸੋ ਅੱਜ ਦੀ ਵੀਡੀਓ ਜਿਹੜੀ ਆ ਉਹ ਥੋੜੀ ਲੰਬੀ ਹੋਏਗੀ, ਲੇਕਿਨ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਕਿ ਕਿਵੇਂ ਜਿਹੜਾ ਆ ਉਹ ਪੈਸਾ ਇਸ ਦੁਨੀਆ ਦੇ ਵਿੱਚ ਆਇਆ, ਪੇਪਰ ਕਰੰਸੀ ਕਿਵੇਂ ਆਈ ਤੇ ਭਾਰਤ ਦੇ ਵਿੱਚ ਜਿਹੜਾ ਪੈਸਾ ਆ ਉਹ ਕਿਵੇਂ ਬਣਨਾ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤੇ 5000 ਸਾਲ ਪਹਿਲਾਂ ਜਿਹੜਾ ਸਾਰਾ ਕਾਰੋਬਾਰ ਜਾਂ ਫਿਰ ਜਿਹੜਾ ਸਾਰਾ ਕੰਮ ਹੁੰਦਾ ਸੀ ਉਹ ਜਿਹੜਾ ਆ ਉਹਦੇ ਬਦਲੇ ਹੁੰਦਾ ਸੀਗਾ। ਕੌੜੀ ਜਿਹੜੀ ਆ ਉਹ ਪਹਿਲੀ ਕਰੰਸੀ ਦੁਨੀਆ ਦੇ ਵਿੱਚ ਆਈ ਤੇ ਮੁਗਲਾਂ ਨੇ ਜਿਹੜਾ ਉਹ ਰੁਪਈਆ ਬਣਾਇਆ। ਤੇ ਜੇਕਰ ਹੁਣ ਅਸੀਂ ਇਸ ਨੂੰ ਵਿਸਤਾਰ ਦੇ ਵਿੱਚ ਗੱਲ ਕਰਾਂਗੇ ਤਾਂ ਉਹਦੇ ਵਿੱਚ ਦੋਸਤੋ ਸਾਨੂੰ ਜਿਹੜਾ ਆ ਉਹ 10,000 ਸਾਲ ਪਿੱਛੇ ਜਿਹੜਾ ਉਹ ਜਾਣਾ ਪਏਗਾ। ਸੋ ਇਤਿਹਾਸ ਦੀ ਭਾਸ਼ਾ ਦੇ ਜੇ ਵਿੱਚ ਅਸੀਂ ਗੱਲ ਕਰੀਏ ਤਾਂ ਇਹਨੂੰ ਕਹਿੰਦੇ ਆ ਮੱਧ ਪਾਸ਼ਾਣ ਕਾਲ, ਹਿੰਦੀ ਦਾ ਲਫ਼ਜ਼ ਆ ਇਹ। ਉਦੋਂ ਜਿਹੜੀ ਲੋਕਾਂ ਦੀ ਜ਼ਰੂਰਤ ਸਿਰਫ ਸੀਗੀ ਪੇਟ ਭਰਨ ਦੀ, ਤੇ ਛੋਟੇ-ਮੋਟੇ ਹਥਿਆਰ ਬਣਾ ਲਏ ਜਾਂਦੇ ਸੀਗੇ। ਇਸ ਤੋਂ ਇਲਾਵਾ ਇਹਨਾਂ ਨਾਲ ਜਿਹੜਾ ਉਹ ਸ਼ਿਕਾਰ ਹੋਣ ਲੱਗਾ, ਲੇਕਿਨ ਜਿਹੜੀ ਖੇਤੀ ਸੀ ਉਹ ਹੋਂਦ ਦੇ ਵਿੱਚ ਨਹੀਂ ਆਈ ਸੀਗੀ। ਸੋ ਖਾਣੇ ਦੇ ਬਦਲੇ ਜਿਹੜਾ ਆ ਉਹ ਹਥਿਆਰ ਤੇ ਹਥਿਆਰ ਦੇ ਬਦਲੇ ਖਾਣਾ ਜਿਹੜਾ ਆ, ਇਸ ਗੱਲ ਦੀ ਲੋਕਾਂ ਨੂੰ ਸਮਝ ਲੱਗ ਗਈ ਸੀਗੀ ਕਿ ਇਹ ਜਿਹੜਾ ਆਦਾਨ ਪ੍ਰਦਾਨ ਜਿਹੜਾ ਆਪਾਂ ਉਹ ਕਰ ਸਕਦੇ ਹਾਂ। ਸੋ ਅੱਗੇ ਥੋੜ੍ਹੇ ਸਾਲਾਂ ਦੇ ਵਿੱਚ ਜਿਹੜੀ ਉਹ ਐਕਸਚੇਂਜ ਸ਼ੁਰੂ ਹੋਈ, ਜਿਹਨੂੰ ਕਿ ਲੈਣ ਦੇਣ ਦਾ ਵਪਾਰ ਵੀ ਸ਼ੁਰੂ ਹੋਇਆ ਅਸੀਂ ਕਹਿ ਸਕਦੇ ਹਾਂ। ਸੋ ਇਹ ਸਿਰਫ ਤੁਸੀਂ ਸ਼ੁਰੂਆਤੀ ਦੌਰ ਦੀ ਗੱਲ ਕਹਿ ਸਕਦੇ ਹਾਂ। ਇਸ ਸਮੇਂ ਤੇ ਤੱਕ ਨਾ ਖੇਤੀ ਸ਼ੁਰੂ ਹੋਈ ਸੀ ਤੇ ਨਾ ਹੀ ਕੋਈ ਮੁਦਰਾ ਦੇ ਰੂਪ ਦੇ ਵਿੱਚ ਕਿਸੇ ਵੀ ਵਸਤੂ ਦਾ ਜਿਹੜਾ ਉਹ ਉਪਯੋਗ ਸ਼ੁਰੂ ਹੋਇਆ ਸੀ। ਸਭ ਤੋਂ ਪਹਿਲਾਂ ਬਾਰਟਰ ਸਿਸਟਮ ਜਿਹੜਾ ਆ ਇਹਦੀ ਸ਼ੁਰੂਆਤ ਹੋਈ। ਥੋੜ੍ਹਾ ਜਿਹਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਦੋਸਤੋ। 8000 ਸਾਲ ਪਹਿਲਾਂ, ਯਾਨੀ ਨਵਪਾਸ਼ਾਣ ਕਾਲ ਹਿੰਦੀ ਦੇ ਵਿੱਚ ਕਹਿ ਸਕਦੇ ਹਾਂ, ਇਹਦੇ ਵਿੱਚ ਜਿਹੜਾ ਬੰਦਾ ਸੀ ਉਹਨੇ ਖੇਤੀ ਕਰਨੀ ਸ਼ੁਰੂ ਕਰਤੀ। ਇਸ ਤੋਂ ਬਾਅਦ ਬਰਤਨ, ਔਜ਼ਾਰ, ਕੱਤਣ ਬੁਣਨ ਦਾ ਕੰਮ ਤੇ ਪਸ਼ੂ ਪਾਲਣ ਵੀ ਜਿਹੜੀ ਉਹ ਸ਼ੁਰੂ ਹੋ ਗਿਆ। ਇਸ ਕਾਲ ਦੇ ਵਿੱਚ ਮੋਸੋਪੋਟਾਮੀਆ ਦੇ ਲੋਕ ਜਿਹੜੇ ਆ ਉਹਨਾਂ ਨੇ ਬਾਰਟਰ ਸਿਸਟਮ ਜਿਹੜਾ ਆ ਉਹ, ਯਾਨੀ ਵਸਤੂਆਂ ਨੂੰ ਜਿਹੜਾ ਉਹ ਆਪਣੀ ਅਰਥ ਵਿਵਸਥਾ ਦਾ ਜਿਹੜਾ ਉਹ ਇੱਕ ਆਧਾਰ ਬਣਾਇਆ। ਇਹ ਇੱਕ ਐਸੀ ਵਿਵਸਥਾ ਸੀਗੀ ਜਿਹਦੇ ਵਿੱਚ ਸਮਾਨ ਦੇ ਬਦਲੇ ਜਿਹੜਾ ਆ ਉਹ ਸਮਾਨ ਦਿੱਤਾ ਜਾਂ ਫਿਰ ਲਿਆ ਜਾਂਦਾ ਸੀਗਾ। ਮੰਨ ਲਓ ਕਿ ਤੁਹਾਨੂੰ ਜੇ ਜੌਂ ਚਾਹੀਦੀ ਆ ਤੇ ਉਹਦੇ ਬਦਲੇ ਤੁਹਾਡੇ ਕੋਲ ਮੱਛਲੀ ਆ, ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਸੀ, ਤੁਸੀਂ ਉਸ ਵਿਅਕਤੀ ਕੋਲ ਜਾਓਗੇ ਜਿਹਦੇ ਕੋਲ ਅੱਜ ਜੌਂ ਹੈਗੀ ਆ, ਤੁਸੀਂ ਉਸ ਨੂੰ ਆਪਣੀ ਮੱਛਲੀ ਦਿਓਗੇ ਤਾਂ ਜੌਂ ਜਿਹੜਾ ਆ ਉਹ ਤੁਸੀਂ ਲੈ ਲਓਗੇ। ਸੋ ਖੇਤੀ ਦੀ ਸ਼ੁਰੂਆਤ ਹੋਈ ਤੇ ਜਿਹੜਾ ਵਪਾਰ ਆ ਉਹ ਅੱਗੇ ਅੱਗੇ ਫੁੱਲਣ ਲੱਗਾ। ਤੇ ਹੁਣ ਲੋਕਾਂ ਨੂੰ ਆਸਾਨ ਜਿਹੜਾ ਵਪਾਰ ਲੈਣ ਦੇਣ ਦਾ ਜਿਹੜਾ ਸਿਸਟਮ ਸੀ ਉਹ ਕਰਨਾ ਸੀਗਾ ਤੇ ਇਹਦੇ ਲਈ ਲੋਕਾਂ ਨੇ ਜਿਹੜਾ ਆ ਉਹ ਰਿਕਾਰਡ ਰੱਖਣਾ ਸ਼ੁਰੂ ਕਰਤਾ। ਸੋ ਇਹਦੇ ਲਈ ਜਿਹੜੀ ਉਹ ਇੱਕ ਮਿੱਟੀ ਦੇ ਛੋਟੇ ਟੁਕੜਿਆਂ ਦੇ ਉੱਤੇ ਮਾਰਕਿੰਗ ਕਰਨੀ ਉਹਨਾਂ ਨੇ ਸ਼ੁਰੂ ਕਰਤੀ। ਤੇ ਇਹ ਜਿਹੜੇ ਜਿਨ੍ਹਾਂ ਦੇ ਉੱਪਰ ਮਾਰਕਿੰਗ ਹੋਈ ਆ, ਇਹ ਅੱਜ ਵੀ ਜਿਹੜੇ ਉਹ ਪੈਂਸਿਲਵੇਨੀਆ ਯੂਨੀਵਰਸਿਟੀ ਦੇ ਮਿਊਜ਼ੀਅਮ ਦੇ ਵਿੱਚ ਉਹ ਜਿਹੜੇ ਤੁਸੀਂ ਕਹਿ ਸਕਦੇ ਪੱਥਰ ਜਾਂ ਫਿਰ ਜਿਹੜੇ ਉਹ ਪ੍ਰੋਡਕਟ ਸੀਗੇ ਉਹ ਰੱਖੇ ਹੋਏ ਆ। ਸੋ ਅੱਗੇ ਦੋਸਤੋ ਜਿਹੜਾ ਬਾਰਟਰ ਸਿਸਟਮ ਸੀਗਾ, ਇਹਦੀ ਸਭ ਤੋਂ ਵੱਡੀ ਸਮੱਸਿਆ ਇਹ ਸੀਗੀ ਕਿ ਤੁਹਾਨੂੰ ਹਰ ਵੇਲੇ ਐਸਾ ਵਿਅਕਤੀ ਤਲਾਸ਼ਣਾ ਪੈਂਦਾ ਸੀਗਾ ਜਿਹਦੇ ਕੋਲ ਕਿ ਉਹ ਚੀਜ਼ ਹੋਵੇ ਜਿਹੜੀ ਤੁਹਾਨੂੰ ਚਾਹੀਦੀ ਆ। ਸੋ ਅੱਗੇ ਜਿਵੇਂ ਟਾਈਮ ਬੀਤਦਾ ਗਿਆ ਤੇ ਕਮੋਡਿਟੀ ਮਨੀ ਦੀ ਸ਼ੁਰੂਆਤ ਹੋਈ। ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਬਾਰਟਰ ਸਿਸਟਮ ਦੀ ਜਿਹੜੀ ਉਹ ਕਮੀਆਂ ਸੀਗੀਆਂ ਕੁਛ, ਤੇ ਇਹਦੇ ਕਰਕੇ ਜਿਹੜੀ ਉਹ ਕਮੋਡਿਟੀ ਮਨੀ ਦੀ ਜਿਹੜੀ ਉਹ ਸ਼ੁਰੂਆਤ ਹੋਈ। ਸੋ ਦੋਸਤੋ ਇਹਦੇ ਵਿੱਚ ਕੁਛ ਜਿਹੜੀਆਂ ਚੀਜ਼ਾਂ ਸੀਗੀਆਂ, ਵਸਤੂਆਂ ਤੁਸੀਂ ਕਹਿ ਲਓ, ਉਹਨਾਂ ਨੂੰ ਜਿਹੜਾ ਆ ਉਹ ਕਰੰਸੀ ਮੰਨਿਆ ਗਿਆ। ਇਸ ਜਿਹੜਾ ਸਿਸਟਮ ਸੀਗਾ, ਇਸ ਦੀ ਜਿਹੜੀ ਸਟੀਕ ਸਹੀ ਜਿਹੜਾ ਇਹਦਾ ਅੰਦਾਜ਼ਾ ਲਗਾਉਣਾ ਉਹ ਤਾਂ ਮੁਸ਼ਕਿਲ ਆ, ਲੇਕਿਨ ਕਿਹਾ ਜਾਂਦਾ ਆ ਕਿ ਮੋਟੇ ਤੌਰ 'ਤੇ 4 ਤੋਂ 5000 ਸਾਲ ਪਹਿਲਾਂ ਇਹ ਸ਼ੁਰੂ ਹੋਇਆ। ਸੋ ਜੋ ਉੱਨ, ਚਾਂਦੀ ਤੇ ਹੋਰ ਕਈ ਜਿਹੜੀਆਂ ਇਹਨਾਂ ਨੇ ਸ਼ੁਰੂਆਤੀ ਕੋਮੋਡਿਟੀਆਂ ਰੱਖੀਆਂ ਜਿਨ੍ਹਾਂ ਨੂੰ ਕਰੰਸੀ ਦੇ ਤੌਰ ਦੇ ਉੱਤੇ ਮਾਨਿਅਤਾ ਦਿੱਤੀ ਗਈ। ਇਹਨੂੰ ਮਾਪਣ ਦੇ ਲਈ ਅੱਜ ਦੇ ਲੀਟਰ ਦੀ ਤਰ੍ਹਾਂ ਇੱਕ ਇਕਾਈ ਜਿਹੜੀ ਉਹ ਰੱਖ ਦਿੱਤੀ ਗਈ ਸੀਗੀ ਤੇ ਇਸ ਮਾਪ ਦੇ ਕਟੋਰੇ ਦੀ ਜਿਹੜੀ ਉਹ ਵੱਡੀ ਸੰਖਿਆ ਜਿਹੜੀ ਉਹ ਬਣਾਏ ਜਾਂਦੇ ਸੀਗੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜੇ ਕਿਸੇ ਨੂੰ ਮਾਪਣ ਦੀ ਲੋੜ ਹੋਵੇ ਤਾਂ ਉਹ ਕਟੋਰਾ ਜਿਹੜਾ ਉਹ ਹੋਵੇ। ਸੋ ਇੱਦਾਂ ਦੀ ਜਿਹੜੀ ਮਤਲਬ ਕਿ ਜਿਹੜੀ ਵਸਤੂ ਬਣਾਈ ਗਈ ਮਾਪਣ ਦੇ ਲਈ, ਉਹ ਅੱਜ ਵੀ ਜਿਹੜੀ ਆ ਜਾਪਾਨ ਦੇ ਜਿਹੜਾ ਮਿਊਜ਼ੀਅਮ ਦੇ ਵਿੱਚ ਰੱਖੇ ਗਏ ਆ। ਸੋ ਸਾਰੀਆਂ ਤੱਥਾਂ ਦੇ ਨਾਲ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ, ਸਬੂਤਾਂ ਦੇ ਨਾਲ। ਸੋ ਵੀਰੋ ਇਹਦੇ ਵਿੱਚ ਕੀ ਸੀਗਾ, ਕੋਈ ਸ਼ਖਸ 10 ਸਿਲਾ ਜੋ ਦੇ ਕੇ ਜਿਹੜਾ ਉਹ ਮਜ਼ਦੂਰੀ ਕਰਵਾ ਸਕਦਾ ਸੀਗਾ, ਜਿਹੜਾ ਸਿਸਟਮ ਸੀਗਾ। ਤੇ
ਉਹ ਮਜ਼ਦੂਰ ਫਿਰ 5 ਸਿਲਾ ਜੋ ਜਿਹੜਾ ਲੈ ਕੇ ਉਹਦੇ ਲਈ ਆਪਣੇ ਦੇ ਕੇ ਜੁੱਤੇ ਸਿਲਵਾ ਸਕਦਾ ਸੀ, ਅਤੇ ਫਿਰ ਜਿਹੜਾ ਉਹ ਮੋਚੀ ਸੀਗਾ ਉਹ 3 ਸਿਲਾ ਜੋ ਦੇ ਵਿੱਚ ਚਮੜਾ ਖਰੀਦ ਸਕਦਾ ਸੀ। ਸੋ ਇਹਨਾਂ ਨੇ ਇੱਕ ਸਿਸਟਮ ਬਣਾਇਆ। ਸੋ ਅੱਗੇ ਦੋਸਤੋ ਜਿਹੜੇ ਏਰੀਆ ਸੀਗੇ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਜੋ ਉਪਲਬਧ ਨਹੀਂ ਸੀਗੀ, ਉੱਥੇ ਫਿਰ ਹੋਰ ਚੀਜ਼ਾਂ ਨੂੰ ਜਿਹੜਾ ਉਹ ਕਮੋਡਿਟੀ ਮਨੀ ਦੇ ਤੌਰ ਦੇ ਉੱਪਰ ਯੂਜ਼ ਦੇ ਵਿੱਚ ਲਿਆਉਣਾ ਸ਼ੁਰੂ ਕੀਤਾ। ਸੋ ਜਿਵੇਂ ਜਿਵੇਂ ਅੱਗੇ ਸਿਸਟਮ ਚੱਲਦਾ ਰਿਹਾ ਤਾਂ ਫਿਰ ਕੋੜੀ ਪਹਿਲੀ ਕਰੰਸੀ ਜਿਹੜੀ ਸੀਗੀ ਉਹ ਆਈ। 1200 ਈਸਾ ਪੂਰਵ ਚੀਨ ਨੇ ਜਿਹੜਾ ਉਹ ਕੋੜੀਆਂ ਦਾ ਆਫੀਸ਼ੀਅਲ ਕਰੰਸੀ ਦੇ ਤੌਰ ਦੇ ਉੱਪਰ ਇਸਤੇਮਾਲ ਕਰਨਾ ਸ਼ੁਰੂ ਕੀਤਾ। ਪਹਿਲੀ ਵਾਰ ਇੱਕ ਵਿਸ਼ੇਸ਼ ਵਸਤੂ ਨੂੰ ਹੀ ਜਿਹੜਾ ਆ ਉਹ ਮੁਦਰਾ ਦੇ ਤੌਰ ਦੇ ਉੱਪਰ ਜਿਹੜਾ ਉਪਯੋਗ ਕਰਨ ਦਾ ਚਲਨ ਜਿਹੜਾ ਉਹ ਆਇਆ, ਅਤੇ ਚੀਨ ਦੀ 3000 ਪੁਰਾਣੀ ਜਿਹੜੀ ਕੋੜੀ ਕਰੰਸੀ ਆ ਉਹਨੂੰ ਕੋੜੀਆਂ ਜਿਹੜੀਆਂ ਉਹ ਹੈਗੀਆਂ ਉਹ ਜਾਪਾਨ ਦੇ ਕਰੰਸੀ ਮਿਊਜ਼ੀਅਮ ਦੇ ਵਿੱਚ ਰੱਖੀਆਂ ਗਈਆਂ ਆ। ਕੋੜੀ ਦੀ ਜਿਹੜੀ ਉਹ ਆਪਣੀ ਤਾਂ ਕੋਈ ਕੀਮਤ ਨਹੀਂ ਸੀਗੀ, ਮਤਲਬ ਕਿ ਕਹਿਣ ਦਾ ਭਾਵ ਕਿ ਕੋੜੀ ਜਿਹੜੀ ਉਹ ਆਪ ਖਾ ਪੀ ਨਹੀਂ ਸਕਦੀ ਸੀ, ਲੇਕਿਨ ਇਹਦੇ ਜਿਹੜੇ ਉਹ ਕੱਪੜੇ ਵੀ ਤੁਸੀਂ ਕਹਿ ਸਕਦੇ ਆ ਕਿ ਨਹੀਂ ਬਣਾ ਸਕਦੇ ਸੀਗੇ। ਅਤੇ ਫਿਰ ਇਸ ਕਰੰਸੀ ਨੂੰ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਕਰੰਸੀ ਦੇ ਰੂਪ ਦੇ ਵਿੱਚ ਸਵੀਕਾਰ ਕੀਤਾ ਗਿਆ। ਸੋ ਵੀਰੋ, ਕਰੰਸੀ ਦੇ ਰੂਪ ਦੇ ਵਿੱਚ ਕੋੜੀ ਦਾ ਜਿਹੜਾ ਉਪਯੋਗ ਆ ਉਹ ਸਮੁੱਚੇ ਦਕਸ਼ਿਣ ਏਸ਼ੀਆ, ਅਫਰੀਕਾ ਅਤੇ ਹੋਰ ਵੀ ਕਈ ਦਵੀਪਾਂ ਦੇ ਵਿੱਚ 4000 ਸਾਲਾਂ ਤੱਕ ਚੱਲਦਾ ਰਿਹਾ। ਅੰਗਰੇਜ਼ੀ ਸ਼ਾਸਨ ਦੀ ਜੇ ਗੱਲ ਕਰੀਏ ਉਹਦੇ ਵਿੱਚ 20ਵੀਂ ਸਦੀ ਦੇ ਕਈ ਸਾਲ ਤੱਕ ਯੁਗਾਂਡਾ ਦੇ ਵਿੱਚ ਭੁਗਤਾਨ ਜਿਹੜਾ ਉਹ ਕੋੜੀਆਂ ਦੇ ਵਿੱਚ ਕੀਤਾ ਜਾਂਦਾ ਸੀਗਾ। ਫਿਰ ਅੱਗੇ ਆਈ ਸਿੱਕਿਆਂ ਦੀ ਸ਼ੁਰੂਆਤ। 6000 ਈਸਾ ਪੂਰਵ ਲੀਡੀਆ ਵਰਤਮਾਨ ਦੇ ਵਿੱਚ ਤੁਰਕੀ ਦੇ ਸ਼ਾਸਕ ਜਿਹੜੇ ਐਲਟੀਅਸ ਨੇ ਸਿੱਕੇ ਜਿਹੜੇ ਆ ਉਹਨਾਂ ਨੂੰ ਮੁਦਰਾ ਦੇ ਰੂਪ ਦੇ ਵਿੱਚ ਲਾਂਚ ਕੀਤਾ। ਇਹਦਾ ਨਾਮ ਜਿਹੜਾ ਆ ਉਹ ਲੀਡੀਅਨ ਸਟੇਟਰ ਜਿਹੜਾ ਉਹ ਰੱਖਿਆ ਗਿਆ। ਇਹਦੀ ਵੀ ਜਿਹੜੀ ਤਸਵੀਰ ਤੁਸੀਂ ਸੋਸ਼ਲ ਮੀਡੀਆ 'ਤੇ ਜਾਂ ਫਿਰ ਇੰਟਰਨੈਟ ਦੇ ਉੱਪਰ ਜਾ ਕੇ ਦੇਖ ਸਕਦੇ ਆ। ਇਹਨੂੰ ਦੁਨੀਆ ਦੀ ਪਹਿਲੀ ਅਧਿਕਾਰਕ ਕਰੰਸੀ ਜਿਹੜੀ ਆ ਉਹ ਮੰਨਿਆ ਜਾਂਦਾ ਆ। ਇਹ ਸਿੱਕੇ ਜਿਹੜੇ ਸੀਗੇ ਉਹ ਸੋਨੇ ਅਤੇ ਚਾਂਦੀ ਦੇ ਮਿਸ਼ਰਣ ਦੇ ਨਾਲ ਬਣਾਏ ਗਏ, ਅਤੇ ਇਹਨਾਂ ਸਿੱਕਿਆਂ ਦੇ ਉੱਪਰ ਜਾਨਵਰਾਂ ਦੇ ਜਿਹੜੇ ਉਹ ਕਈ ਤਰ੍ਹਾਂ ਦੇ ਚਿੱਤਰ ਫੋਟੋਆਂ ਦੇ ਨਾਲ ਜਿਹੜੀ ਉਹ ਵਿਸ਼ੇਸ਼ ਮੋਹਰ ਲਗਾਈ ਜਾਂਦੀ ਸੀ। ਸੋ ਅਲੱਗ-ਅਲੱਗ ਸਿੱਕਿਆਂ ਦੀ ਅਲੱਗ-ਅਲੱਗ ਜਿਹੜੀ ਉਹ ਕੀਮਤ ਸੀਗੀ। ਉਦਾਹਰਨ ਦੇ ਲਈ ਜੇਕਰ ਅਸੀਂ ਗੱਲ ਕਰੀਏ ਤਾਂ ਜੇ ਕਿਸੇ ਨੂੰ ਮਿੱਟੀ ਦਾ ਘੜਾ ਖਰੀਦਣਾ ਸੀਗਾ ਤਾਂ ਉਹ ਇਸ ਕੀਮਤ ਦੇ 2 ਉੱਲੂ ਅਤੇ 1 ਸੱਪ ਵਾਲੇ ਲੀਡੀਅਨ ਸਟੇਟਰ ਜਿਹੜੇ ਉਹ ਦੇ ਕੇ ਚੀਜ਼ ਜਿਹੜੀ ਉਹ ਲੈ ਸਕਦਾ ਸੀਗਾ। ਸੋ ਲੀਡੀਆ ਅਤੇ ਚੀਨ ਦੇ ਨਾਲ ਜਿਹੜਾ ਭਾਰਤ ਉਹ ਚੁਰੰਦਾ ਦੇਸ਼ਾਂ ਦੇ ਵਿੱਚ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਦਰਾ ਦੇ ਤੌਰ ਦੇ ਉੱਪਰ ਸਿੱਕੇ ਜਾਰੀ ਕਰਨੇ ਜਿਹੜੇ ਉਹ ਸ਼ੁਰੂ ਕੀਤੇ। ਸੋ ਹੁਣ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਸਿੱਕਿਆਂ ਦਾ ਚਲਨ। ਭਾਰਤ ਦੇ ਵਿੱਚ ਸਿੱਕੇ ਢਾਲਣ ਦੀ ਸ਼ੁਰੂਆਤ ਮਹਾਜਨਪਦ ਕਾਲ ਦੇ ਵਿੱਚ 6ਵੀਂ ਜਿਹੜੀ ਆ ਸ਼ਤਾਬਦੀ ਈਸਾ ਪੂਰਵ ਦੇ ਵਿੱਚ ਹੋਈ। ਇਹਨਾਂ ਜਿਹੜੇ ਮਹਾਜਨਪਦਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਉਹ ਏਰੀਏ ਸ਼ਾਮਲ ਸੀਗੇ, ਅਤੇ ਫਿਰ ਉਸ ਤੋਂ ਬਾਅਦ ਇਸ ਕਾਲ ਦੇ ਵਿੱਚ ਢਾਲੇ ਗਏ ਸਿੱਕੇ ਜਿਹੜੇ ਸੀਗੇ ਉਹ ਪਣ ਪੁਰਾਣ ਕਰਸ਼ਾਪਣ ਜਿਹੜੇ ਆ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ, ਜੋ ਕਿ ਆਮ ਤੌਰ 'ਤੇ ਚਾਂਦੀ ਦੇ ਬਣੇ ਹੁੰਦੇ ਸੀ। ਕੁਝ ਸ਼ਬਦ ਜਿਹੜੇ ਆ ਉਹ ਸੰਸਕ੍ਰਿਤ ਦੇ ਆ, ਸੋ ਤੁਸੀਂ ਸਰਚ ਕਰ ਲਈਓ। ਇਸ ਤੋਂ ਬਾਅਦ ਦੋਸਤੋ ਟੰਕਾ ਅਤੇ ਜੀਤਲ ਦੀ ਸ਼ੁਰੂਆਤ ਜਿਹੜੀ ਉਹ ਹੋਈ। ਚਾਣਕਿਆ ਨੇ ਅਰਥ ਸ਼ਾਸਤਰ ਗ੍ਰੰਥ ਦੇ ਵਿੱਚ ਸੁਵਰਨਪੁਣਾ, ਸੋਨਾ ਤੁਸੀਂ ਇਹਨੂੰ ਕਹਿ ਸਕਦੇ ਆ, ਤਾਂਬਾ ਜਿਹੜਾ ਤਾਮਰ ਰੂਪਾ, ਇਸ ਤੋਂ ਬਾਅਦ ਚਾਂਦੀ ਰੁਪਏ ਰੂਪਾ ਅਤੇ ਸੀਸਾ ਸਿਸਰੂਪਾ 4 ਪ੍ਰਕਾਰ ਦੇ ਸਿੱਕਿਆਂ ਦਾ ਜਿਹੜਾ ਉਹ ਉਲੇਖ ਕੀਤਾ ਹੋਇਆ ਹੈ। ਪਹਿਲਾਂ ਤੁਰਕ ਸੁਲਤਾਨ ਉਹਨਾਂ ਨੇ ਚਾਂਦੀ ਤੋਂ ਬਣੀ ਜਿਹੜੀਆਂ ਮੁਦਰਾਵਾਂ ਹੁੰਦੀਆਂ ਆ, ਕਰੰਸੀ ਤੁਸੀਂ ਕਹਿ ਸਕਦੇ ਆ, ਉਹ ਜਿਹੜਾ ਉਹਨਾਂ ਨੂੰ ਟੰਕਾ ਅਤੇ ਤਾਂਬੇ ਦੇ ਵਿੱਚ ਬਣੀ ਮੁਦਰਾਓ ਜੀਤਲ ਦੇ ਰੂਪ ਦੇ ਵਿੱਚ ਪ੍ਰਸਾਰਿਤ ਕੀਤਾ। ਸੋ ਵੀਰੋ, ਅੱਗੇ ਜਿਹੜੇ ਅਲਾਉਦੀਨ ਖਿਲਜੀ ਆ ਉਹਨਾਂ ਨੇ ਜਿਹੜਾ ਆ ਉਸ ਸਮੇਂ ਦੇ ਵਿੱਚ ਅਨਾਜ ਦੇ ਦਾਮ ਨੂੰ ਵੀ ਜਿਹੜਾ ਉਹ ਉਲੇਖ ਕੀਤਾ ਹੋਇਆ ਆ, ਜਿਵੇਂ ਕਿ ਗੇਹੂੰ 7.5 ਜੀਤਲ ਪ੍ਰਤੀ ਮਣ, ਚਾਵਲ 5 ਜੀਤਲ ਪ੍ਰਤੀ ਮਣ, ਜੌ 4 ਜੀਤਲ ਪ੍ਰਤੀ ਮਣ ਅਤੇ ਘੀ 1 ਜੀਤਲ ਪ੍ਰਤੀ 2.5 ਕਿਲੋ। ਸੋ ਇਹ ਜਿਹੜਾ ਸਿਸਟਮ ਸੀਗਾ ਸਾਰਾ ਕਰੰਸੀ ਦਾ ਤੁਹਾਨੂੰ ਮੈਂ ਸ਼ੁਰੂਆਤੀ ਦੌਰ 'ਚ ਦੱਸਿਆ। ਅਤੇ ਭਾਰਤ ਦੇ ਵਿੱਚ ਰੁਪਏ ਦੀ ਸ਼ੁਰੂਆਤ ਜਿਹੜੀ ਆ ਉਹ ਭਾਰਤ 'ਚ ਜੇ ਅਸੀਂ ਅੱਗੇ ਹਿਸਟਰੀ 'ਚ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਰੁਪਇਆ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਸ਼ੇਰ ਸ਼ਾਹ ਸੂਰੀ ਉਹਨਾਂ ਨੇ ਆਪਣੇ ਕਾਰਿਆਕਾਲ ਦੇ ਵਿੱਚ 1540-45 ਦੇ ਵਿੱਚ ਕੀਤਾ। ਸੂਰੀ ਨੇ 11.5 ਗ੍ਰਾਮ ਚਾਂਦੀ ਦੇ ਸਿੱਕੇ ਜਿਹੜੇ ਉਹ ਜਾਰੀ ਕੀਤੇ, ਜਿਨ੍ਹਾਂ ਨੂੰ ਰੁਪਈਆ ਕਿਹਾ ਜਾਂਦਾ ਸੀਗਾ। 20ਵੀਂ ਸਦੀ ਤੱਕ ਬਿਨਾਂ ਕਿਸੇ ਬਦਲਾਅ ਤੋਂ ਇਹ ਚੱਲਦਾ ਰਿਹਾ। ਸੂਰੀ ਦੇ ਸ਼ਾਸਨ ਦੇ ਵਿੱਚ ਚਲਾਏ ਗਏ ਸੋਨੇ ਦੇ ਸਿੱਕੇ ਜਿਹੜੇ ਆ ਉਹਨਾਂ ਨੂੰ ਮੋਹਰ ਕਿਹਾ ਜਾਂਦਾ ਸੀ, ਜਿਨ੍ਹਾਂ ਦਾ ਵਜ਼ਨ 10.9 ਗ੍ਰਾਮ ਹੁੰਦਾ ਸੀਗਾ।
ਉਸ ਤੋਂ ਬਾਅਦ ਤਾਂਬੇ ਦੇ ਸਿੱਕੇ ਜਿਹੜੇ ਆ ਉਹਨਾਂ ਨੂੰ ਜਿਹੜਾ ਦਾਮ ਕਿਹਾ ਜਾਂਦਾ ਸੀਗਾ ਅਤੇ ਇਸ ਦਾਮ ਤੋਂ ਬਾਅਦ ਜਿਹੜਾ ਉਹ ਪੈਸਾ ਕਹਿਣਾ ਸ਼ੁਰੂ ਕੀਤਾ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਭਾਰਤ ਆਈ ਅਤੇ ਉਸ ਵਕਤ ਸੂਰੀ ਦਾ ਜਿਹੜਾ ਉਹ ਚਾਂਦੀ ਦਾ ਰੁਪਈਆ ਲੋਕਪ੍ਰਿਯਤਾ ਦੇ ਚਰਮ ਦੇ ਉੱਪਰ ਸੀਗਾ। 1835 ਦੇ ਵਿੱਚ ਅੰਗਰੇਜ਼ ਜਿਹੜੇ ਆ ਉਹਨਾਂ ਨੇ ਸਿੱਕਾ ਨਿਰਮਾਣ ਅਧਿਨਿਯਮ ਜਿਹੜਾ ਉਹ ਲਿਆਂਦਾ ਅਤੇ 1857 ਦੇ ਵਿੱਚ ਰੁਪਈਆ ਜਿਹੜਾ ਉਹ ਭਾਰਤ ਦੀ ਅਧਿਕਾਰਿਕ ਜਿਹੜੀ ਤੁਸੀਂ ਕਹਿ ਸਕਦੇ ਮੁਦਰਾ ਬਣਾ ਦਿੱਤੀ ਗਈ। ਉਦੋਂ ਤੋਂ ਰੁਪਏ ਦੇ ਸ਼ੇਪ, ਸਾਈਜ਼, ਮਟੀਰੀਅਲ, ਡਿਜ਼ਾਈਨ ਦੇ ਵਿੱਚ ਬਦਲਾਵ ਹੁੰਦੇ ਰਹਿੰਦੇ ਆ, ਲੇਕਿਨ ਨਾਮ ਜਿਹੜਾ ਆ ਉਹ ਰੁਪਇਆ ਹੀ ਆ। ਰੁਪਇਆ ਸ਼ਬਦ ਸੰਸਕ੍ਰਿਤੀ ਦੇ ਰੁਪਇਆ ਜਿਹੜਾ ਆਇਆ ਜਿਹਦਾ ਮਤਲਬ ਕੱਚੀ ਚਾਂਦੀ ਹੁੰਦਾ ਆ। ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਪੇਪਰ ਕਰੰਸੀ ਦੀ ਸ਼ੁਰੂਆਤ, ਚੀਨੀ ਵਪਾਰੀ ਜਿਹੜੇ ਸੀਗੇ ਉਹਨਾਂ ਨੂੰ ਸਿੱਕੇ ਦੀ ਬੜੀ ਮਾਤਰਾ ਜਿਹੜੀ ਆ ਜ਼ਿਆਦਾ ਵਜ਼ਨ ਹੋ ਜਾਂਦਾ ਸੀ, ਉਹ ਲੈ ਕੇ ਜਾਣਾ ਬੋਝਿਲ ਅਤੇ ਮੁਸ਼ਕਿਲ ਲੱਗਣ ਲੱਗਾ ਅਤੇ ਪੇਪਰ ਕਰੰਸੀ ਦੀ ਸ਼ੁਰੂਆਤ ਜਿਹੜਾ ਆ ਉਹ ਸਾਂਗ ਰਾਜਵੰਸ਼ ਦੁਆਰਾ ਜਿਹੜੀ ਕਰੀਬ 700 ਈਸਵੀ ਦੇ ਵਿੱਚ ਕੀਤੀ ਗਈ ਆ ਮੰਨਿਆ ਜਾਂਦਾ ਆ ਇਹ। ਅਤੇ ਕਾਗਜ਼ੀ ਮੁਦਰਾ ਨੂੰ ਜਿਹੜਾ ਉਹ ਪੰਖ ਲੱਗੇ 14ਵੀਂ ਸ਼ਤਾਬਦੀ ਦੇ ਵਿੱਚ ਜਦੋਂ ਯੂਰਪ ਨੇ ਜਿਹੜਾ ਉਹ ਨੋਟਸ ਦਾ ਉਪਯੋਗ ਸ਼ੁਰੂ ਕੀਤਾ। ਵੀਰੋ ਅੱਗੇ ਜੇਕਰ ਅਸੀਂ ਗੱਲ ਕਰੀਏ 1660 ਦੇ ਵਿੱਚ ਬੈਂਕ ਆਫ ਸਵੀਡਨ ਨੇ ਜਿਹੜਾ ਉਹ ਪਹਿਲਾ ਪ੍ਰੋਪਰ ਨੋਟ ਜਾਰੀ ਕੀਤਾ, ਲੇਕਿਨ ਇਹ ਛੋਟੀ ਕ੍ਰੈਡਿਟ ਜਿਹੜਾ ਤੁਸੀਂ ਕਹਿ ਸਕਦੇ ਆ ਉਹਦੇ ਲਈ ਇਸਤੇਮਾਲ ਹੁੰਦਾ ਸੀਗਾ। ਸੋ ਅਰਥ ਸ਼ਾਸਤਰੀ ਜੌਨ ਲਾ ਦੀ ਮਦਦ ਦੇ ਨਾਲ ਇਹ ਨੋਟਸ ਜਿਹੜੇ ਆ ਉਹ ਅਫੀਸ਼ੀਅਲ ਮੁਦਰਾ ਦੇ ਤੌਰ ਦੇ ਉੱਪਰ ਜਿਹੜੇ ਸਥਾਪਿਤ ਕੀਤੇ ਗਏ। ਸੋਨੇ ਦੇ ਸਿੱਕੇ ਬਣਦੇ ਸੀਗੇ, ਸੋ ਇਹਦੇ ਕਰਕੇ ਲੋਕਾਂ ਨੇ ਜਿਹੜਾ ਆ ਉਹ ਸਿੱਕਿਆਂ ਦੀ ਜਗ੍ਹਾ ਨੋਟਾਂ ਨੂੰ ਜਿਹੜੀ ਉਹ ਪ੍ਰੈਫਰੈਂਸ ਦੇਣੀ ਸ਼ੁਰੂ ਕਰਤੀ। ਹੁਣ ਅਸੀਂ ਗੱਲ ਕਰਨੀ ਆ ਭਾਰਤ ਦੇ ਵਿੱਚ ਪੇਪਰ ਕਰੰਸੀ ਦਾ ਚਲਨ ਕਿਵੇਂ ਹੋਇਆ। ਭਾਰਤ ਦੇ ਵਿੱਚ ਪੇਪਰ ਕਰੰਸੀ ਦੀ ਸ਼ੁਰੂਆਤ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਜਿਹੜੀ ਉਹ ਪ੍ਰੈਜ਼ੀਡੈਂਸੀ ਬੈਂਕੋ ਜਿਹੜੀ ਉਹਨਾਂ ਦੀ ਆ ਉਹਨੇ ਕੀਤੀ। 1862 ਦੇ ਵਿੱਚ ਕਵੀਨ ਵਿਕਟੋਰੀਆ ਦੀ ਜਿਹੜੀ ਤਸਵੀਰ ਵਾਲੇ 10, 20, 50, 100 ਅਤੇ 1000 ਮੁੱਲਿਆਂ ਦੇ ਨੋਟ ਜਿਹੜੇ ਜਾਰੀ ਕੀਤੇ ਗਏ। ਪੇਪਰ ਕਰੰਸੀ ਨੂੰ ਮੈਨੇਜ ਕਰਨ ਦੇ ਲਈ ਜਿਹੜਾ ਉਹ ਮਿੰਟ ਮਾਸਟਰਸ ਜਿਹੜੇ ਆ ਅਕਾਊਂਟ ਜਨਰਲ ਅਤੇ ਹੋਰ ਕਰੰਸੀ ਕੰਟਰੋਲਰ ਬਣਾਏ ਗਏ। ਫਸਟ ਵਰਲਡ ਵਾਰ ਦੇ ਵਿੱਚ ਛੋਟੇ ਮੂਲਿਆਂ ਦੀ ਜਿਹੜੀ ਉਹ ਨੋਟ ਦੀ ਕਮੀ ਮਹਿਸੂਸ ਕੀਤੀ ਗਈ ਅਤੇ 30 ਨਵੰਬਰ 1917 ਨੂੰ 1 ਰੁਪਏ, 2 ਰੁਪਏ ਅਤੇ 8 ਆਨਾ ਜਿਹੜੇ ਉਹਦੇ ਨੋਟ ਲਾਂਚ ਹੋਏ। 1935 ਦੇ ਵਿੱਚ ਰਿਜ਼ਰਵ ਬੈਂਕ ਦੀ ਜਿਹੜੀ ਉਹ ਸਥਾਪਨਾ ਕੀਤੀ ਗਈ ਅਤੇ ਹੁਣ ਇਹਦੇ ਕੋਲ ਹੀ ਅਧਿਕਾਰ ਆ ਨੋਟ ਛਾਪਣ ਦਾ। ਲਗਭਗ 1969 ਦੇ ਵਿੱਚ ਮਹਾਤਮਾ ਗਾਂਧੀ ਜੀ ਦੇ 100ਵੇਂ ਜਨਮ ਦਿਨ ਉੱਪਰ ਪਹਿਲੀ ਵਾਰ ਉਹਨਾਂ ਦੀ ਨੋਟ ਦੇ ਉੱਪਰ ਤਸਵੀਰ ਛਪੀ। 1966 ਦੇ ਵਿੱਚ ਰਿਜ਼ਰਵ ਬੈਂਕ ਨੇ ਕਈ ਸਾਰੇ ਸੁਰੱਖਿਆ ਫੀਚਰਸ ਦੇ ਨਾਲ ਜਿਹੜਾ ਮਹਾਤਮਾ ਗਾਂਧੀ ਸੀਰੀਜ਼ ਦੇ ਕਈ ਜਿਹੜੇ ਆ ਉਹ ਨੋਟ ਜਾਰੀ ਕੀਤੇ। ਸੋ ਦੋਸਤੋ ਇਹ ਆ ਸਾਰਾ ਫਿਊਚਰ ਤੁਸੀਂ ਹੁਣ ਜਾਣਦੇ ਹੀ ਆ। ਪਾਸਟ ਮੈਂ ਤੁਹਾਨੂੰ ਸਾਰਾ ਦੱਸਿਆ ਅਤੇ ਬਾਕੀ ਤੁਸੀਂ ਸਰਚ ਕਰਿਓ, ਹਰੇਕ ਚੀਜ਼ ਦਾ ਜਿਹੜਾ ਤੁਹਾਨੂੰ ਪ੍ਰਮਾਣ ਮਿਲੇਗਾ। ਸੋ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ। ਖੁਸ਼ ਰਹੋ ਅਤੇ ਜ਼ਿੰਦਾਬਾਦ ਰਹੋ।